वाहिगुरू जी का खालसा वाहिगुरू जी की फतेह। असीं अज इत्थे थोड़ी जी जिहड़ा अजकल साडे ज़्यादा चर्चा का विशा बनया है जिहड़ा बिल आ सैनट बिल SB 403 ਉਹਦੇ ਤੇ ਅੱਜ ਅਸੀਂ थोड़ी जी चर्चा करनी चाहुंदे हाँ। काफ़ी देर तो उदा तो कर रहे असीं जिहड़ी ये चर्चा आ कि SB 403 जिहड़ा बिल आ भी वो वाकई जिद्दां ਉਹਦੀ साउंड आ रही है कि कास्ट डिस्क्रिमिनेशन के खिलाफ बिल हैगा भी कास्ट डिस्क्रिमिनेशन जिहड़ी आ वो नहीं होनी चाहिए। ये आपां सारे मनदे ये गल भी जिहड़ी कास्ट डिस्क्रिमिनेशन आ कोई भी इस गल के हक च नहीं है कि वो होनी चाहिए, लेकिन की ਆਪਾਂ ਨੂੰ ਇਹਦੇ ਬਿੱਲ ਦੇ ਬੈਕ ਤੇ ਜਾ ਕੇ ਇਹਦਾ ਸਾਰਾ ਕੁਝ ਜੋ ਇਹਦਾ ਪਿਛੋਕੜਿਆ ਕੈਸ਼ ਸਿਸਟਮ ਦਾ ਜਾਂ ਜੋ ਇਹਦੇ ਵਿੱਚ ਹੋਣ ਵਾਲਾ ਜਾਂ ਜੋ ਇਹਦੇ ਇੰਪੈਕਟ ਕਮਿਊਨਿਟੀ ਤੇ ਆਉਂਦੇ ਆ ਉਹ ਆਪਾਂ ਕਦੀ ਵੀ ਇਹਦੇ ਬਾਰੇ ਡਿਸਕਸ਼ਨ ਸ਼ਾਇਦ ਜਿਹੜੀ ਉਹ ਨਹੀਂ ਕੀਤੀ ਬੈਠ ਕੇ। ਆਪਾਂ ਜਿਹੜਾ ਬਿੱਲ ਆ ਉਹ ਸਾਰਿਆਂ ਨੂੰ ਠੀਕ ਲੱਗਦਾ ਕਿ ਇਹ ਆਉਣਾ ਚਾਹੀਦਾ ਵੀ ਨਹੀਂ ਹੋਣੀ ਚਾਹੀਦੀ ਕਾਸ਼ ਕੀ ਕਿਤੇ ਇੱਦਾਂ ਤਾਂ ਨਹੀਂ ਹੈਗਾ कि आपां ਜ਼ਹਿਰ ਦੇ ਉੱਤੇ ਇੱਦਾਂ ਮਿੱਠੇ ਦੀ ਗੋਲੀ ਜਿਹੜੀ ਉਹ ਚਾੜ ਕੇ ਤਾਂ ਲੋਕਾਂ ਨੂੰ ਜ਼ਹਿਰ ਪਰੋਸਣ ਜਾ ਰਹੇ ਹਾਂ। ਸੋ ਜਿਹੜੀ ਬਿੱਲ ਦੀ ਮੇਨ ਜਿਹੜੀ ਸਾਡੀ ਕਮਿਊਨਿਟੀ ਆ ਜਿਹੜੀ ਜਿੰਨੀਆਂ ਵੀ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਆ ਜਿਹੜੀਆਂ ਉਹਨਾਂ ਵੱਲੋਂ ਸੈਨੇਟ ਨੂੰ ਜੁਡੀਸ਼ਰੀ ਕਮੇਟੀ ਨੂੰ ਪਹਿਲਾਂ ਵੀ ਜਾਂ ਹੁਣ ਵੀ ਲੈਟਰਸ ਦੇਖ ਕੇ ਜਿਹੜੀਆਂ ਵੀ ਦਿੱਤੀਆਂ ਗਈਆਂ ਜਾਂ ਸਬਮਿਟ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਜਿਹੜੀ ਆਪਾਂ ਇੱਕ ਲਾਈਨ ਇਹ ਲਿਖੀ ਆ ਕਿ ਅਸੀਂ ਗੁਰੂ ਰਵਿਦਾਸ ਦੇ ਫੋਲੋਅਰ ਹਾਂ ਜਿਹੜੇ 14ਵੀਂ ਸਦੀ 'ਚ ਇੰਡੀਆ ਰਹਿੰਦੇ ਸੀ, ਜਿਹੜੇ ਲੋ ਕੈਸਟ ਸੀ, ਅਨਟਚੇਬਲ ਕੌਮ ਸੀ, ਚਮਾਰ ਕੌਮ ਸੀ, ਉਹਨਾਂ ਨੂੰ ਸ਼ੂਦਰ ਜੋ ਵੀ ਰਾਈਟ। ਸੋ ਕਿਤੇ ਨਾ ਕਿਤੇ ਪਹਿਲੀ ਤਾਂ ਗੱਲ ਇਹਦੇ ਵਿੱਚ ਆ ਕੇ ਇਹ ਗੱਲ ਪ੍ਰੂਵ ਹੋ ਜਾਂਦੀ ਕਿ ਅਸੀਂ ਖੁਦ ਹੀ ਆਪਣੇ ਆਪ ਨੂੰ ਲੋ ਕਾਸਟ ਕਹਿ ਕੇ ਜਾਂ ਮੰਨ ਕੇ ਈਵਨ ਆਪਣੇ ਗੁਰੂ ਸਾਹਿਬਾਨ ਨੂੰ ਵੀ ਲੋ ਕਾਸਟ ਮੰਨ ਕੇ ਅਸੀਂ ਬ੍ਰਾਹਮਣੀਕਲ ਸਿਸਟਮ ਦੀ ਜਿਹੜੀ ਉੱਚਤਾ ਆ ਉਹਨੂੰ ਸਵੀਕਾਰ ਕਰ ਲਿਆ। ਪਹਿਲਾ ਤਾਂ ਪੁਆਇੰਟ ਇਹ ਹੈ ਕਿ ਅਸੀਂ ਜੋ ਕੁਛ ਬ੍ਰਾਹਮਣੀਕਲ ਸਿਸਟਮ ਨੇ ਜਾਂ ਹਿੰਦੂਵਾਦੀ ਸਿਸਟਮ ਨੇ ਸਾਡੇ ਤੇ ਥੋਪਿਆ ਕਿ ਤੁਸੀਂ ਲੋ ਕਾਸਟ ਆ, ਸਾਡੀਆਂ ਜਾਤਾਂ ਨੂੰ ਲੋ ਕਾਸਟ ਲਿਖ ਕੇ ਸਾਡੇ ਉੱਤੇ ਕਿੱਤੇ ਫਿਕਸ ਕਰਕੇ ਕਿੱਤੇ ਮੜ ਕੇ ਸਾਡੇ ਤੇ ਕਿ ਤੁਸੀਂ ਆਹੀ ਕਿੱਤਾ ਜਿਹੜਾ ਉਹ ਕਰ ਸਕਦੇ ਉਹ ਚੀਜ਼ ਕਿਤੇ ਉਹਨੇ ਲਿਖੀ ਆਪਣੇ ਗ੍ਰੰਥਾਂ 'ਚ ਜਾਂ ਉਹ ਤੋਂ ਬਾਅਦ ਪ੍ਰੈਕਟੀਕਲੀ ਰੂਪ ਦੇ ਵਿੱਚ ਲਾਗੂ ਹੋਈ। ਉਹ ਚੀਜ਼ ਜਿਹੜੀ ਸਾਡੇ ਸਮਾਜ ਨੂੰ ਮੰਨਣ ਲਈ ਮਜਬੂਰ ਕੀਤਾ ਗਿਆ, ਜਦ ਕਿ ਰਿਐਲਿਟੀ ਬਿਲਕੁਲ ਇਸ ਚੀਜ਼ ਦੇ ਉਲਟ ਸੀ। ਅੱਜ ਅਸੀਂ ਖੁਦ ਹੀ ਇਹ ਲਾਈਨ ਲਿਖ ਕੇ ਪਹਿਲਾਂ ਤਾਂ ਬ੍ਰਾਹਮਣਵਾਦ ਦੀ ਉੱਚਤਾ ਨੂੰ ਸਵੀਕਾਰ ਕਰ ਲਿਆ। ਉਸ ਤੋਂ ਬਾਅਦ ਜਿਹੜੀ ਨੰਬਰ 2 ਗੱਲ ਆਉਂਦੀ ਆ ਜਿਹੜੀ ਜਿੰਨੇ ਵੀ ਮਹਾਂਪੁਰਸ਼ ਸਾਡੇ ਹੋਏ ਆ, ਚਾਹੇ ਉਹ ਬੁੱਧਿਜ਼ਮ ਦੀ ਮੂਵਮੈਂਟ ਹੋਵੇ ਚਾਹੇ ਉਹ ਸਿੱਖ ਮੂਵਮੈਂਟ ਹੋਵੇ, ਤੇ ਇਹਨਾਂ ਸਾਰੇ ਸਿਸਟਮ ਨੂੰ ਸਾਡੇ ਨੂੰ ਚਾਹੇ ਬੁੱਧਾ ਦਾ ਸੰਘਰਸ਼ ਆਪਾਂ ਕਰੀਏ ਜਾਂ 1000 ਸਾਲ ਦੀ ਆਪਾਂ ਲਾਈਏ ਗੱਲ ਜਾਂ ਆਪਾਂ ਜਿਹੜੀ 500 ਸਾਲ ਦੀ ਸਿੱਖਿਜ਼ਮ ਦੀ ਮੂਵਮੈਂਟ ਹੈ ਸਾਰੀ ਜਿਹੜੀ ਸਤਿਗੁਰੂ ਨਾਮਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸੀਗਾ, ਇਹ ਜਿਹੜੀ 500 ਸਾਲ ਦੀ ਮੂਵਮੈਂਟ ਆ, ਇਹ ਜਿਹੜਾ 1500 ਸਾਲ ਦਾ ਸਾਡਾ ਸੰਘਰਸ਼ ਆ ਉਹ ਇੱਕ ਕਾਸਟ ਸਿਸਟਮ ਹੀ ਖਾ ਗਿਆ। ਸੋ ਸਾਨੂੰ ਇਹ ਜੇ ਆਪਾਂ ਇਤਿਹਾਸਕ ਪਿਛੋਕੜ ਦੇ ਵਿੱਚ ਜਾ ਕੇ ਸਾਰਾ ਉਸ ਚੀਜ਼ 'ਤੇ ਆਉਂਦੇ ਆ, ਜਿਹੜੀਆਂ ਚੀਜ਼ਾਂ ਸਾਡੇ 'ਤੇ ਥੋਪੀਆਂ ਗਈਆਂ ਸੀ ਬ੍ਰਾਹਮਣੀਕਲ ਸਿਸਟਮ ਵੱਲੋਂ, ਸਾਡੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਗਲੋਂ ਲਾਉਣ ਦੀ, ਉਹਨਾਂ ਨੂੰ ਨਾ ਮੰਨਣ ਦੀ, ਉਹਨਾਂ ਨੂੰ ਐਕਸੈਪਟ ਨਾ ਕਰੋ। ਗੁਰੂ ਸਾਹਿਬਾਂ ਨੇ ਵੀ ਸਾਡਿਆਂ ਨੇ ਕਿਹਾ ਇਹ ਸਾਰੀ ਜਿਹੜੀ ਗੱਲ ਗੁਰੂ ਸਾਹਿਬਾਂ ਦਾ ਸੰਘਰਸ਼ ਹੀ ਇਹੀ ਸੀ ਕਿ ਸਾਡੀ ਲੋ ਕਾਸਟ ਨਹੀਂ ਹੈ, ਅਸੀਂ ਕੋਈ ਨੀਵੀਂ ਜਾਤੀ ਨਹੀਂ ਹੈ ਸਾਡੀ, ਅਸੀਂ ਇਕੁਅਲ ਹਾਂ ਸਾਰਿਆਂ ਦੇ। ਉਹਨਾਂ ਦਾ ਸੰਘਰਸ਼ ਸਾਰੇ ਬਰਾਬਰ ਖੜੇ ਕਰਨ 'ਤੇ ਉਹਨਾਂ ਦਾ ਜ਼ੋਰ ਲਗਾਇਆ ਸੀ। ਸੋ ਜੇ ਆਪਾਂ ਮਾਡਰਨ ਸਮੇਂ ਦੀ ਵੀ ਗੱਲ ਕਰੀਏ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵੀ ਗੱਲ ਬੜੇ ਜ਼ੋਰ ਸ਼ੋਰ ਨਾਲ ਕਹੀ ਆ ਕਿ ਤੁਹਾਡੀ ਜਿਹੜੀ ਕਾਸਟ ਆ ਉਹ ਲੋ ਕਾਸਟ ਹੈ ਨਹੀਂ, ਨੀਵੀਆਂ ਜਾਤਾਂ ਦੇ ਲੋਕ ਨਹੀਂ ਹੈਗੇ ਤੁਸੀਂ, ਲੇਕਿਨ ਉਹ ਤੋਂ ਨਾਲੇ ਜਿਹੜੇ ਤੁਹਾਡੇ ਕਿੱਤੇ ਮੜੇ ਗਏ ਤੁਹਾਡੇ ਸਿਰ ਉਹ ਤੁਸੀਂ ਛੱਡੋ ਭਾਈ, ਉਹ ਛੱਡ ਕੇ ਤੁਸੀਂ ਗੁੱਡ ਐਜੂਕੇਸ਼ਨ ਲੈ ਕੇ ਪੜ੍ਹ ਲਿਖ ਕੇ ਸਾਫ ਸੁਥਰਾ ਜੀਵਨ ਆਪਣਾ ਜੀਓ ਔਰ ਹੋਰ ਫੀਲਡ ਦੇ ਵਿੱਚ ਜਾਓ, ਵਧੀਆ ਨੌਕਰੀਆਂ ਕਰੋ ਪੜ੍ਹ ਲਿਖ ਕੇ, ਵਧੀਆ ਬਿਜ਼ਨਸ ਵਪਾਰ ਵੱਲ ਨੂੰ ਤੁਰੋ ਤੁਸੀਂ ਐਜੂਕੇਟ ਹੋ ਕੇ, ਜਿਹੜਾ ਕਿ ਸਾਡਾ ਸਮਾਜ ਹੋਇਆ। ਜੇ ਆਪਾਂ ਸਾਡੇ ਤੇ ਇੱਕ ਮਿੱਥ ਮੜੀ ਗਈ ਹੈ ਇਹ ਬਹੁਤ ਜ਼ਿਆਦਾ ਕਿ
ਜਾਤਾਂ ਜਿਹੜੀਆਂ ਜੀ ਕੰਮ ਦੇ ਆਧਾਰ ਤੇ ਜੀ ਵੰਡ ਦਿੱਤੀਆਂ। ਆਪਾਂ ਸਾਰੇ ਇਹੀ ਗੱਲ ਕਰਦੇ ਹਾਂ ਆਮ ਜੀ ਕੰਮ ਦੇ ਆਧਾਰ ਤੇ ਜੀ ਵੰਡ ਦਿੱਤੀਆਂ। ਕਿ ਹੁਣ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਅਮਰੀਕਾ ਵਰਗੀ ਕੰਟਰੀ 'ਚ ਆ ਕੇ, ਮੈਂ ਇੰਡੀਆ ਦੀ ਗੱਲ ਨਹੀਂ ਕਰਦਾ, ਅਮਰੀਕਾ ਵਰਗੀ ਕੰਟਰੀ 'ਚ ਆ ਕੇ ਮੈਨੂੰ ਇਹ ਦੱਸੋ ਕਿਹੜਾ ਚਮਾਰ ਸਮਾਜ ਦਾ ਬੰਦਾ ਇੱਥੇ ਚਮੜੇ ਦਾ ਕੰਮ ਜਾਂ ਮੋਚੀ ਦਾ ਕੰਮ ਕਰਦਾ, ਕਿਹੜਾ ਬਾਲਮੀਕ ਸਮਾਜ ਦਾ ਬੰਦਾ ਇੱਥੇ ਆ ਕੇ ਸਫਾਈ ਦਾ ਕੰਮ ਕਰਦਾ। ਇਹਦਾ ਮਤਲਬ ਇਹ ਆ ਵੀ ਜੇ ਆਪਾਂ ਕਿੱਤੇ ਛੱਡ ਦਿੱਤੇ ਫਿਰ ਤਾਂ ਸਾਡੀ ਜਾਤ ਵੀ ਛੁੱਟ ਗਈ। ਲੇਕਿਨ ਜਾਤ ਸਾਡੀ ਜਿਹੜੀ ਆ, ਕਾਸਟ ਸਿਸਟਮ ਇੱਦਾਂ ਦਾ, ਉਹ ਪੀੜ੍ਹੀ ਦਰ ਪੀੜ੍ਹੀ ਸਾਡਾ ਪਿੱਛਾ ਨਹੀਂ ਛੱਡ ਰਿਹਾ। ਇਹਦੇ ਵਿੱਚੋਂ ਨਿਕਲਣ ਦੇ ਲਈ ਜਿਹੜਾ ਸਿਸਟਮ ਆ, ਉਹ ਸਾਡੇ ਮਹਾਂਪੁਰਸ਼ਾਂ ਨੇ ਬਹੁਤ ਸਾਰੇ ਸਾਨੂੰ ਉਪਾਅ ਦਿੱਤੇ ਆ ਕਿ ਇਹਦੇ ਵਿੱਚੋਂ ਨਿਕਲੋ ਤੁਸੀਂ ਕਾਸਟ ਸਿਸਟਮ। ਇੱਕ ਤਾਂ ਸਾਨੂੰ ਖੁਦ ਉੱਠਣਾ ਪੈਣਾ। ਗੁਰੂ ਸਾਹਿਬ ਨੇ ਸਾਨੂੰ ਉਠਾ ਲਿਆ, ਗੁਰੂ ਸਾਹਿਬ ਨੇ ਬਹੁਤ ਸਟਰੋਂਗ ਬਣਾਇਆ ਸਾਨੂੰ ਕਿ ਇੱਕ ਤਾਂ ਜਿਹੜੀ ਸਾਡੀ ਮਾਨਸਿਕਤਾ ਬਣ ਗਈ ਉਹ ਇਹ ਕਿ ਅਸੀਂ ਲੋਅ ਕਾਸਟ ਨੂੰ ਬਿਲੋਂਗ ਕਰਦੇ ਹਾਂ, ਅਸੀਂ ਆਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ। ਇਹ ਮਿੱਥ ਸਾਨੂੰ ਕੱਢਣੀ ਪੈਣੀ ਆਪਣੇ ਆਪ ਦੇ ਵਿੱਚੋਂ। ਹੁਣ ਮੈਂ ਤੁਹਾਨੂੰ ਕਈ ਵਾਰੀ ਦੱਸਦਾ ਹੁੰਦਾ, ਜੇ ਕੋਈ ਮੈਨੂੰ ਮੇਰੀ ਕਿਤੇ ਇਨ ਕੇਸ ਜਾਤੀ ਦਾ ਨਾਮ ਲੈ ਕੇ ਜੇ ਕੋਈ ਬੁਲਾਵੇ ਤਾਂ ਮੈਂ ਕਹਿੰਦਾ ਹੁੰਦਾ ਹੋਰ ਕਹਿ ਯਾਰ, ਤੂੰ 50 ਵਾਰ ਹੋਰ ਕਹਿ। ਮੈਂ ਉਸ ਗੱਲ ਦੇ ਵਿੱਚੋਂ ਨਿਕਲਣਾ ਪੈਣਾ ਸਾਨੂੰ ਵੀ ਅਸੀਂ ਲੋਅ ਕਾਸਟ, ਅਸੀਂ ਨਹੀਂ ਬਿਲੋਂਗ ਕਰਦੇ ਲੋਅ ਕਾਸਟ ਨੂੰ। ਤੂੰ ਦੱਸ ਤੇਰੇ 'ਚ ਕੀ ਵੱਧ ਆ, ਕੀ ਐਕਸਟਰਾ ਤੇਰੇ 'ਚ। ਇਹ ਸਾਨੂੰ ਖੁਦ ਛੱਡਣੀ ਪੈਣੀ। ਇਹਦੀ ਮੈਂ ਐਗਜ਼ਾਮਪਲ ਤੁਹਾਨੂੰ ਜਿਹੜੀ ਇਹ ਦਿੰਦਾ, ਜਿੰਨੀ ਸਿੱਖ ਮੂਵਮੈਂਟ ਸੀ, ਸਾਰੀ ਸਿੱਖ ਮੂਵਮੈਂਟ ਸਾਨੂੰ ਇਸ ਚੀਜ਼ ਦੇ ਵਿੱਚੋਂ ਹੀ ਕੱਢਣ 'ਤੇ ਜ਼ੋਰ ਲੱਗਾ। ਜਿੰਨੀ ਸਿੱਖ ਮੂਵਮੈਂਟ ਸੀ, ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਿਹਨਾਂ ਦਾ ਆਪਾਂ ਆਮ ਜ਼ਿਕਰ ਕਰਦੇ ਹਾਂ, ਜਦੋਂ ਉਹਨਾਂ ਨੂੰ ਹਿੰਦੂ ਰਾਜੇ ਜਾਂ ਆਪਾਂ 22 ਧੜ ਦੇ ਰਾਜੇ ਆ, ਜਦੋਂ ਸਾਰੇ ਇਹ ਗੱਲ ਕਹਿੰਦੇ ਸੀ ਕਿ ਇਹਨਾਂ ਲੋਕਾਂ ਦਾ, ਜਿਹੜੇ ਸ਼ੂਦਰ ਸਮਾਜ ਦੇ ਲੋਕ ਆ, ਇਹਨਾਂ ਲੋਕਾਂ ਦਾ ਸਾਥ ਛੱਡ ਕੇ ਤੁਹਾਨੂੰ ਜੋ ਕੁਝ ਵੀ ਚਾਹੀਦਾ ਤੁਸੀਂ ਸਾਨੂੰ ਦੱਸੋ, ਆਓ ਤੁਸੀਂ ਸਾਡੇ ਨਾਲ ਰਲ ਜਾਓ, ਜੋ ਵੀ ਤੁਹਾਨੂੰ ਚਾਹੀਦਾ ਲੈ ਲਓ ਉਹ। ਪਰ ਉੱਥੇ ਉਹਨੇ ਸਟੈਂਡ ਕੀ ਰੱਖਿਆ ਵੀ ਨਹੀਂ, ਉਹਨਾਂ ਨੇ ਸਾਡੇ ਲੋਕਾਂ ਦਾ ਸਾਥ ਨਹੀਂ ਛੱਡਿਆ। ਉਹਨੇ ਉੱਥੇ ਇਹ ਗੱਲ ਕਹੀ ਸੀ ਵੀ ਇਨ ਹੀ ਕਿਰਪਾ ਸੇ ਸਜੇ ਹਮ ਹੈ। ਅਤੇ ਗੁਰੂ ਸਾਹਿਬ ਨੇ ਬਹੁਤ ਵਡਿਆਈ ਦਿੱਤੀ ਔਰ ਉਹਨਾਂ ਨੇ ਜਿਹੜਾ ਹਜ਼ਾਰਾਂ ਸਾਲਾਂ ਤੋਂ ਦੱਬਿਆ ਕੁਚਲਿਆ ਸਮਾਜ ਸੀ, ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ, ਉਸ ਸਮਾਜ ਨੂੰ ਦਲਿਤ ਪੁਣੇ 'ਚੋਂ ਕੱਢ ਕੇ, ਸ਼ੂਦਰ ਪੁਣੇ 'ਚੋਂ ਕੱਢ ਕੇ ਉਹਨੇ ਖਾਲਸਾ ਬਣਾਇਆ। ਔਰ ਜਿਹੜੀਆਂ ਚੀਜ਼ਾਂ ਵਰਜਿਤ ਸੀਗੀਆਂ ਹਿੰਦੂਇਜ਼ਮ ਵੱਲੋਂ ਕਿ ਸ਼ੂਦਰ ਘੋੜ ਸਵਾਰੀ ਨਹੀਂ ਕਰ ਸਕਦਾ, ਘੋੜੇ 'ਤੇ ਨਹੀਂ ਬਹਿ ਸਕਦਾ, ਸ਼ੂਦਰ ਕਿਸੇ ਧਾਤ ਦੇ ਭਾਂਡੇ 'ਚ ਨਹੀਂ ਖਾ ਸਕਦਾ, ਉਹਨੂੰ ਮਿੱਟੀ ਦੇ ਭਾਂਡੇ 'ਚ ਖਾਂਦਾ ਸੀ, ਸ਼ੂਦਰ ਹਥਿਆਰ ਨਹੀਂ ਸੀ ਰੱਖ ਸਕਦਾ ਸੈਲਫ ਡਿਫੈਂਸ ਲਈ, ਕੋਈ ਮਾਰਸ਼ਲ ਆਰਟ ਨਹੀਂ ਸੀ ਸਿੱਖ ਸਕਦਾ, ਕੋਈ ਪੜ੍ਹਾਈ ਨਹੀਂ ਸੀ ਕਰ ਸਕਦਾ, ਕੋਈ ਸਾਫ ਸੁਥਰਾ ਕੱਪੜਾ ਨਹੀਂ ਸੀ ਪਾ ਸਕਦਾ, ਸਿਰ ਦੇ ਉੱਤੇ ਕਲਗੀ ਨਹੀਂ ਸੀ ਸਜਾ ਸਕਦਾ। ਇਹ ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਕੱਢ ਕੇ ਸਾਨੂੰ ਇੱਕ ਸ਼ੂਦਰ ਤੋਂ ਖਾਲਸਾ ਬਣਾਇਆ, ਸਿੱਖ ਬਣਾਇਆ, ਸਾਰਿਆਂ ਦੇ ਬਰਾਬਰ ਲਿਆ ਕੇ ਖੜਾ ਕੀਤਾ। ਲੇਕਿਨ ਜਿਹੜਾ ਅੱਜ ਦਾ ਸਿੱਖ ਆ, ਇੱਥੇ ਖਾਸ ਕਰਕੇ ਅਮਰੀਕਾ ਦਾ ਜਿਹੜਾ ਸਿੱਖ ਆ, ਜਿੰਨੀਆਂ ਹੁਣ ਮੈਂ ਮੀਟਿੰਗਾਂ ਦੇਖ ਰਿਹਾ ਸੀ ਪਿਛਲੇ 2-3 ਦਿਨ ਤੋਂ ਜਾਂ 4 ਦਿਨ ਤੋਂ, ਜਿਹੜਾ ਅੱਜ ਦਾ ਅਮਰੀਕਾ ਦਾ ਸਿੱਖ ਆ, ਉਹਦਾ ਜ਼ੋਰ ਇਹ ਲੱਗਾ ਆ ਕਿ ਇਹਨੂੰ ਸਿੱਖ ਤੋਂ ਫਿਰ ਦੁਬਾਰਾ ਸ਼ੂਦਰ ਬਣਾਈਏ, ਦਲਿਤ ਬਣਾਈਏ। ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ, ਚਾਹੇ ਉਹ ਜੈਕਾਰਾ ਮੂਵਮੈਂਟ ਦੀ ਮੀਟਿੰਗ ਹੋਵੇ, ਆ ਜਿਹੜੀ ਇੱਕ ਕੱਲ੍ਹ ਪਰਸੋਂ ਦੀ ਮੀਟਿੰਗ ਇਹਨਾਂ ਦੀ ਹੋ ਕੇ ਹਟੀ ਆ, ਜਾਂ ਕਈ ਪੜ੍ਹੇ ਲਿਖੇ ਬੰਦੇ ਇੱਥੇ ਯੂਬਾ ਸਿਟੀ ਦੇ ਵੀ ਸਾਡੇ ਲੋਕਲ ਬੜੇ ਐਜੂਕੇਟਡ ਬੰਦੇ ਕਹਿ ਰਹੇ ਅਸੀਂ ਤਾਂ ਦਲਿਤ ਭਰਾਵਾਂ ਦਾ ਸਾਥ ਦੇ ਰਹੇ ਹਾਂ, ਅਸੀਂ ਤਾਂ ਰਵਿਦਾਸੀਆਂ ਦਾ ਸਾਥ ਦੇ ਰਹੇ ਹਾਂ ਜੀ, ਦਲਿਤ ਭਰਾਵਾਂ ਦੇ ਨਾਲ ਖੜ੍ਹੇ ਹਾਂ। ਕੀ ਅਸੀਂ ਅਮਰੀਕਾ 'ਚ ਆ ਕੇ ਵੀ ਦਲਿਤ ਹੀ ਰਹਿ ਗਏ ਅੱਜ? ਇਹ ਸਾਡੇ ਸਮਾਜ ਨੂੰ ਸੋਚਣ ਦੀ ਲੋੜ ਆ। ਇੱਥੇ ਆਪਾਂ ਬਰਾਬਰ ਆਏ ਹਾਂ ਸਾਰੇ, ਹਰ ਇੱਕ ਬੰਦਾ ਕੋਈ $10, ਕੋਈ $20, ਕੋਈ $50 ਆਪਣੀ ਪਾਕਟ 'ਚ ਲੈ ਕੇ ਆਇਆ। ਉਹ ਜਿਹੜੀਆਂ ਚੀਜ਼ਾਂ ਇੰਡੀਆ ਤੋਂ ਪਿੱਛੇ ਛੱਡ ਕੇ ਅਮਰੀਕਾ 'ਚ ਸਾਰੇ ਜ਼ੀਰੋ ਤੋਂ ਸਟਾਰਟ ਹੋਏ ਆ। ਇਹ ਲੈਂਡ ਆਫ ਆਪਰਚੂਨਿਟੀ ਹੈ, ਇੱਥੇ ਹਰ ਇੱਕ ਨੂੰ ਮੌਕਾ ਮਿਲਿਆ, ਕਿਸੇ ਨਾਲ ਵੀ ਡਿਸਕ੍ਰਿਮੀਨੇਸ਼ਨ ਇਸ ਸਿਸਟਮ ਨੇ ਕੀਤਾ ਨਹੀਂ। ਸੋ ਲੇਕਿਨ ਅੱਜ ਦੇ ਜਿਹੜੇ ਇੱਥੇ ਦੇ ਅਮਰੀਕਨ ਸਿੱਖ ਆ, ਉਹ ਸਾਨੂੰ ਦੁਬਾਰਾ ਫਿਰ 500 ਸਾਲ ਪਿੱਛੇ ਧੱਕ ਕੇ ਦਲਿਤ ਹੀ ਘੋਸ਼ਿਤ ਕਰਕੇ ਸਾਨੂੰ ਤਾਂ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ। ਤਾਂ ਜੇ ਅਸੀਂ ਕਿਸੇ ਨੂੰ ਕਹਿੰਦੇ ਆ ਵੀ ਅਸੀਂ ਮਨਜ਼ੂਰ ਆ, ਅਸੀਂ ਵੀ ਨਾਲ ਖੜ੍ਹ ਜਾਂਦੇ ਤੁਹਾਡੇ ਆ ਕੇ, ਤਾਂ ਵੀ ਸਾਨੂੰ ਇੱਕ ਸਾਰੇ ਗੁਰੂ ਘਰ ਲਿਖੋ ਵੀ ਅਸੀਂ ਸ਼ੂਦਰ ਸਮਾਜ ਦੇ ਹਾਂ, ਲੋਅ ਕੈਸਟ ਆ, ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ, ਆ ਜਾਓ ਅਸੀਂ ਵੀ ਖੜ੍ਹਦੇ ਤੁਹਾਡੇ ਨਾਲ। ਲੇਕਿਨ ਜਦੋਂ ਇਹ ਗੱਲ ਕਰਦੇ ਆ ਤਾਂ ਉੱਥੇ ਸਾਰੇ ਜਿਹੜੇ ਬੰਦੇ ਆ ਚੁੱਪ ਹੋ ਜਾਂਦੇ ਇਸ ਗੱਲ ਦੇ ਉੱਤੇ।
ਸਿਰਫ ਇੱਕ ਦਲਿਤ ਸਮਾਜ ਨੂੰ ਜਾਂ ਸੋ ਕਾਲਡ ਸ਼ੂਦਰ ਸਮਾਜ ਦੇ ਮੋਢਿਆਂ ਦੇ ਰੱਖ ਕੇ ਅੱਜ ਜਿਹੜੀ ਇਹ ਚਲਾਉਣਾ ਮੰਗਦੇ ਆ। ਸਾਨੂੰ ਦੁਬਾਰਾ ਫੇਰ ਦਲਿਤ ਘੋਸ਼ਿਤ ਕਰਕੇ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ। ਇੱਥੇ ਦੇ ਲੋਕਾਂ ਨਾਲੋਂ ਤਾਂ ਮੈਂ ਕਹਿੰਦਾ ਹਜੇ ਯੂਕੇ ਦੇ, ਇੰਗਲੈਂਡ ਦੇ ਸਿੱਖ ਚੰਗੇ ਰਹਿ ਗਏ ਜਿਹਨੀ ਇਹ ਬਿੱਲ ਯੂਕੇ ਦੇ ਵਿੱਚ ਵੀ ਆਇਆ ਸੀ, ਲੇਕਿਨ ਯੂਕੇ ਦੇ ਸਿੱਖ ਉੱਥੇ ਵੀ ਇੱਕ ਹਾਊਸ ਦੇ ਵਿੱਚ ਪਾਸ ਹੋਇਆ, ਦੂਸਰੇ ਹਾਊਸ ਦੇ ਵਿੱਚ ਇਹ ਬਿੱਲ ਨੂੰ ਗਿਰਾ ਦਿੱਤਾ ਗਿਆ, ਇਹ ਬਿੱਲ ਨੂੰ ਫੇਲ ਕਰ ਦਿੱਤਾ ਗਿਆ। ਜਿਹੜੇ ਯੂਨਾਈਟਿਡ ਕਿੰਗਡਮ ਦੇ ਇੰਗਲੈਂਡ ਦੇ ਸਿੱਖ ਸੀ ਉਹਨੇ ਵੀ ਸੋਚਿਆ, ਉਹ ਇਸ ਗੱਲ ਲਈ ਖੜ ਗਏ ਕਿ ਨਹੀਂ, ਇੱਥੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਕੈਸਟ ਨਾਂ ਦਾ ਵਰਡ ਐਗਜ਼ਿਸਟ ਹੀ ਨਹੀਂ ਕਰਦਾ, ਉੱਥੇ ਅਸੀਂ ਜਾਤ ਪਾਤ ਦਾ ਜਿਹੜਾ ਕਾਸਟ ਨਾਂ ਨਹੀਂ ਲਿਆਉਣਾ ਮੰਗਦੇ, ਅਸੀਂ ਤਾਂ ਦੇਖਣਾ ਹੀ ਨਹੀਂ ਮੰਗਦੇ ਕਾਸਟ ਵਰਡ ਨੂੰ, ਜਿਨ ਇੰਨਾ ਸਾਡਾ ਨੁਕਸਾਨ ਕੀਤਾ। ਸੋ ਇਹਦੇ ਨਾਲੋਂ ਤਾਂ ਇੰਗਲੈਂਡ ਦੇ ਸਿੱਖ ਸੋਚ ਸਮਝ ਕੇ ਖੜ ਗਏ। ਠੀਕ ਆ, ਕੁਛ ਬੰਦਿਆਂ ਨੂੰ ਜਿਹੜੇ ਉੱਥੇ ਆਪਣੇ ਆਪ ਨੂੰ ਮੰਨ ਕੇ ਬੈਠੇ ਹੋਊਗੇ ਲੋਅ ਕਾਸਟ ਸਮਾਜ ਜਾਂ ਉਹ ਚਮਾਰ ਬਰਾਦਰੀ ਜਾਂ ਕੋਈ ਵੀ ਬਰਾਦਰੀ, ਉਹਨਾਂ ਨੂੰ ਹੋ ਸਕਦਾ ਉਸ ਵੇਲੇ ਗੁੱਸਾ ਵੀ ਲੱਗਦਾ ਹੋਵੇ ਉਹਨਾਂ 'ਤੇ ਕਿ ਇਹ ਸਾਡੇ ਨਾਲ ਨਹੀਂ ਖੜੇ, ਪਰ ਮੈਂ ਕਹਿੰਦਾ ਉਹ ਸਹੀ ਰਸਤੇ 'ਤੇ ਖੜੇ ਸੀ। ਠੀਕ ਹੈ, ਇੱਥੇ ਦੇ ਜਿਹੜੇ ਸਿੱਖ ਆ ਸਾਨੂੰ ਇਹ ਕਹਿਣ ਦੀ ਬਜਾਏ ਕਿ ਅਸੀਂ ਤਾਂ ਆਪਣੇ ਸਿੱਖ ਭਰਾਵਾਂ ਨਾਲ ਖੜੇ ਹਾਂ, ਅਸੀਂ ਤਾਂ ਸਿੱਖਾਂ ਦੇ ਰਾਈਟਸ ਨੂੰ ਜਿਹੜਾ ਉਹ ਪ੍ਰੋਟੈਕਟ ਕਰਨਾ ਮੰਗਦੇ ਆ, ਉਹ ਇਹ ਗੱਲ ਕਹਿ ਰਹੇ ਕਿ ਦਲਿਤਾਂ ਦੇ ਨਾਲ ਖੜੇ ਅਸੀਂ। ਫਿਰ ਮੀਟਿੰਗ ਦੇ ਵਿੱਚ ਜਿਹੜੀ ਕੱਲ੍ਹ ਪਰਸੋਂ ਇਹਨਾਂ ਦੀ ਇੱਕ ਮੀਟਿੰਗ ਦੇ ਵਿੱਚ ਵੀ ਗੱਲ ਹੋਈ, ਉਹ ਜੀ ਇੱਕ ਜਿਹੜਾ ਰਵਿਦਾਸੀਆਂ ਦਾ ਗੁਰਦੁਆਰਾ ਆ ਯੂਬਾ ਸਿਟੀ, ਇਹ ਭਾਈ ਰਵਿਦਾਸੀਆਂ ਦਾ ਗੁਰਦੁਆਰਾ ਨਹੀਂ, ਇਸ ਗੁਰੂ ਘਰ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਆ, ਔਰ ਇਹ ਸਿੱਖਾਂ ਦਾ ਹੀ ਗੁਰਦੁਆਰਾ ਆ। ਉਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਆ। ਇੱਥੇ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਐਤਕੀ ਦੂਜਾ ਨਗਰ ਕੀਰਤਨ ਸੀ ਸਾਡੇ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਅਸੀਂ ਇੱਥੇ ਮਨਾਉਂਦੇ ਹਾਂ, ਔਰ ਉਹਦੇ ਵਿੱਚ ਸਾਰੀਆਂ ਹੀ ਕਮਿਊਨਿਟੀਆਂ ਨੇ ਇੱਥੇ ਸਾਡਾ ਪੂਰਾ ਸਾਥ ਦਿੱਤਾ। ਬਿਲਕੁਲ ਇਸ ਚੀਜ਼ ਤੋਂ ਉੱਠ ਕੇ, ਜਾਤ ਪਾਤ ਤੋਂ ਉੱਪਰ ਉੱਠ ਕੇ ਸਾਡੇ ਨਾਲ ਮੋਢਾ ਲਾ ਕੇ ਖੜੇ ਆ। ਔਰ ਯੂਬਾ ਸਿਟੀ ਦੇ ਵਿੱਚ ਬਿਲਕੁਲ ਵੀ ਇੱਦਾਂ ਦਾ ਮਾਹੌਲ ਹੈ ਨਹੀਂ ਸੀ ਸਾਡੇ ਕਿ ਕੋਈ ਵੀ ਜਾਤ ਪਾਤ ਦਾ, ਲੇਕਿਨ ਇਹਦੇ ਵਿੱਚ ਆ ਕੇ ਕੁਛ ਇੱਕ ਸ਼ਰਾਰਤੀ ਬੰਦਿਆਂ ਨੇ ਆ ਕੇ ਇੱਥੇ ਵੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਹੋ ਰਹੀ ਆ। ਲੇਕਿਨ ਯੂਬਾ ਸਿਟੀ ਦੇ ਲੋਕ ਇੱਥੇ ਬਹੁਤ ਸਿਆਣੇ ਆ। 2.5-3 ਲੱਖ ਬੰਦਾ ਨਗਰ ਕੀਰਤਨ 'ਤੇ ਇੱਥੇ ਸਾਡੇ ਇਕੱਠਾ ਹੁੰਦਾ। ਟੈਰਾ ਬੈਨਾ ਨਗਰ ਗੁਰੂ ਘਰ ਤੋਂ ਜਿਹੜਾ ਸਾਡੇ ਨਗਰ ਕੀਰਤਨ ਨਿਕਲਦਾ, ਉਹਦੇ ਵਿੱਚ ਕਦੀ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ। ਯੂਬਾ ਸਿਟੀ ਦੇ ਔਰ ਇਹਦੇ ਆਲੇ ਦੁਆਲੇ ਦੇ ਜਿਹੜੇ ਲੋਕ ਆ, ਉਹ ਸਾਰੇ ਸਾਡੇ ਨਾਲ ਇਸ ਗੱਲ ਨਾਲ ਖੜੇ ਸੀ ਕਿ ਅਸੀਂ ਯਾਰ ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਜਾਤ ਪਾਤ ਇੱਥੇ ਨਹੀਂ ਹੋਣੀ ਚਾਹੀਦੀ, ਆਉਣਾ ਹੀ ਨਹੀਂ ਚਾਹੀਦਾ ਜਿਹੜਾ ਵਰਲਡ ਆ ਜਿਹਨੇ ਇੰਨਾ ਸਾਡਾ ਨੁਕਸਾਨ ਕੀਤਾ। ਕਾਸਟ ਤਾਂ ਇੱਦਾਂ ਦੀ ਚੀਜ਼ ਆ, ਇੱਕ ਹੱਸਦੇ ਵਸਦੇ ਮੁਲਕ ਨੂੰ, ਹੱਸਦੇ ਵਸਦੇ ਸਮਾਜ ਨੂੰ ਇਹ ਜਿਹੜਾ ਇਹ ਤਬਾਹ ਕਰਨ ਵਾਲਾ ਸਿਸਟਮ ਆ। ਉਸ ਤੋਂ ਬਾਅਦ ਜਿਹੜੀ ਹੁਣ ਆਪਾਂ ਗੱਲ ਕਰੀਏ ਅੰਕੜਿਆਂ 'ਤੇ ਆਈਏ, ਜਿਹੜੇ ਅੰਕੜੇ ਦਿੱਤੇ ਗਏ ਇਕੁਐਲਿਟੀ ਲੈਬਸ ਵੱਲੋਂ ਜਾਂ ਹੋਰ ਵੱਲੋਂ ਕਿ 67% ਜਿਹੜਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਨਾਲ ਜਿਹੜਾ ਇਹ ਡਿਸਕ੍ਰਿਮੀਨੇਸ਼ਨ ਕਾਸਟ ਬੇਸ 'ਤੇ ਹੋ ਰਿਹਾ। 4 ਇੱਕ ਨਿਆਣੇ ਨਾਲ ਯੂਨੀਵਰਸਿਟੀਆਂ ਦੇ ਵਿੱਚ ਕਾਸਟ ਬੇਸ ਡਿਸਕ੍ਰਿਮੀਨੇਸ਼ਨ ਹੋ ਰਿਹਾ। ਇਹ ਬਿਲਕੁਲ ਟੋਟਲੀ ਰੋਂਗ ਡਾਟਾ ਹੈਗਾ ਆ। ਰੋਂਗ ਡਾਟਾ ਕਰਕੇ, ਰੋਂਗ ਡਾਟਾ ਦੇ ਕੇ US ਗਵਰਨਮੈਂਟ ਨੂੰ ਇੰਡੀਆ ਵਰਗਾ ਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਆ, ਔਰ ਇਹਦੇ ਪਿੱਛੇ ਇੱਕ ਬਹੁਤ ਵੱਡੇ ਬਿਜ਼ਨਸ ਕੈਰੀ ਕਰਨ ਦੀ ਇਹਦੇ ਪਿੱਛੇ ਇੱਕ ਗੇਮ ਹੈਗੀ ਆ ਕਿ ਜੇ ਇਹ ਬਿੱਲ ਪਾਸ ਹੁੰਦਾ ਤਾਂ ਉਹਨਾਂ ਲੋਕਾਂ ਨੂੰ, ਜਦੋਂ ਤੁਸੀਂ ਵੱਡੀਆਂ ਕੰਪਨੀਆਂ 'ਚ, ਵੱਡੀਆਂ ਇੰਸਟੀਟਿਊਸ਼ਨਸ ਦੇ ਵਿੱਚ ਜਾ ਕੇ HR ਨੂੰ ਇਹ ਟ੍ਰੇਨਿੰਗ ਦਊਂਗੇ ਕਿ ਕਾਸਟ ਸਿਸਟਮ ਆਹ ਆ ਭਾਈ, ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਟ੍ਰੇਨ ਕਰੂੰਗੇ ਜਾ ਕੇ, ਤਾਂ ਉਹ ਜਿਹੜਾ ਟ੍ਰੇਨਿੰਗ ਦੇ ਲਈ ਉਹ ਜਿਹੜਾ $200-300 ਮਿਲੀਅਨ ਦਾ ਬਿਜ਼ਨਸ ਆ, ਉਹਨੂੰ ਗ੍ਰੈਬ ਕਰਨ ਦੇ ਲਈ ਸਾਨੂੰ ਦਲਿਤ, ਸਾਨੂੰ ਉਹੀ ਸ਼ੂਦਰ ਘੋਸ਼ਿਤ ਕਰਕੇ, ਸਾਨੂੰ ਲੋਅ ਕਾਸਟ ਘੋਸ਼ਿਤ ਕਰਕੇ, ਸਾਡੇ ਮੋਢਿਆਂ 'ਤੇ ਚੜ੍ਹ ਕੇ ਸਾਡੇ ਉੱਪਰ ਦੀ ਲੰਘ ਕੇ ਇੱਦਾਂ ਦੇ ਬਿਜ਼ਨਸ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ ਸਾਡੇ ਸਮਾਜ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਸੋ ਇਹ ਬਹੁਤ ਗਲਤ ਜਿਹੜਾ ਡਾਟਾ ਪੇਸ਼ ਕਰਕੇ, ਔਰ ਅਸੀਂ ਬਾਰ-ਬਾਰ ਇਹ ਜਿੰਨੇ ਵੀ ਸਾਡੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਇਹ ਚੀਜ਼ ਦੀ ਇਨਵੈਸਟੀਗੇਸ਼ਨ ਕਰੋ ਪਹਿਲਾਂ ਕਿ ਵਾਕਈ ਰੀਅਲ ਡਾਟਾ ਹੈ ਕਿ ਵਾਕਈ ਸਹੀ ਡਾਟਾ ਹੈ। ਸੋ ਇਨਵੈਸਟੀਗੇਸ਼ਨ ਕਰੋ, ਜੇ ਉਹ ਸਹੀ ਹੈ ਫਿਰ ਠੀਕ ਹੈ, ਜੇ ਲੇਕਿਨ ਬਹੁਤ ਸਾਰੇ ਜਿਹੜੇ ਲੋਕ ਆ ਉਹ ਕੁਛ ਇੰਡੀਆ ਤੋਂ ਈਮੇਲਾਂ ਮੰਗਵਾ ਰਹੇ ਆ, ਕੁਛ ਕੈਨੇਡਾ ਤੋਂ ਮੰਗਵਾ ਰਹੇ ਆ, ਕੁਛ ਹੋਰ ਕਿਤੇ ਮੰਗਵਾ ਰਹੇ ਆ, ਜਿਹੜਾ ਕਿ
ਯੂਨਾਈਟਿਡ ਸਟੇਟ ਦੇ ਸਿਸਟਮ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਆ। ਆਪਾਂ ਇੱਥੇ ਇੰਨੇ ਵਧੀਆ ਸਿਸਟਮ ਦੇ ਵਿੱਚ ਰਹਿੰਦੇ ਆ ਜਿੱਥੇ ਸਾਨੂੰ ਇਕੁਅਲ ਆਪਰਚੁਨਿਟੀ ਮਿਲੀ, ਸਾਰਾ ਕੁਝ ਮਿਲਿਆ। ਅੱਜ ਅਸੀਂ ਇੰਡੀਆ ਵਾਲਾ ਗੰਦਾ ਸਿਸਟਮ ਇੱਥੇ ਲਿਆ ਕੇ ਅਮਰੀਕਨ ਸਿਸਟਮ ਦੇ ਨਾਲ ਵੀ ਬੇਈਮਾਨੀ ਕਰਨ ਜਾ ਰਹੇ ਹਾਂ। ਜਿੱਥੇ ਇਹ ਆਲਰੇਡੀ ਹੈ ਨਹੀਂ ਇਹ ਚੀਜ਼ਾਂ, ਉੱਥੇ ਲਿਆ ਕੇ ਅਸੀਂ ਇਸ ਕੰਟਰੀ ਨੂੰ ਵੀ ਆਉਣ ਵਾਲੇ ਸਮੇਂ 'ਚ ਤਬਾਹ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਇਹ ਟਰਾਈ ਕਰ ਰਹੇ ਹਾਂ। ਸੋ ਜਿੱਥੇ ਇਹ ਚੀਜ਼ ਹੈ ਨਹੀਂ, ਆਓ ਉੱਥੇ ਇਸ ਚੀਜ਼ ਦਾ ਵਿਰੋਧ ਕਰੀਏ, ਉੱਥੇ ਇਹ ਚੀਜ਼ਾਂ ਨਾ ਆਉਣ ਦਈਏ, ਸਗੋਂ ਖੁਦ ਉੱਠੀਏ, ਆਪਣੇ ਆਪ 'ਚ ਕੌਨਫੀਡੈਂਸ ਪੈਦਾ ਕਰੀਏ। ਕੋਈ ਲੋ ਕਾਸਟ ਨਹੀਂ ਹੈ ਅਸੀਂ ਭਾਈ, ਕੋਈ ਅਸੀਂ ਚਮਾਰ ਨਹੀਂ, ਕੋਈ ਅਸੀਂ ਚੂੜੇ ਨਹੀਂ। ਸਾਡੀਆਂ ਜਿਹੜੀਆਂ ਕੌਮਾਂ ਆ ਲੋ ਕਾਸਟ ਕਹਿ ਕੇ ਘੋਸ਼ਿਤ ਕਰ ਦਿੱਤੀਆਂ, ਉਹ ਬਹੁਤ ਗਲਤ ਕੀਤਾ। ਸਾਡੇ 'ਤੇ ਜਿਹੜੇ ਮੜੇ ਉਹ ਠੱਪੇ ਆ, ਉਹ ਸਾਨੂੰ ਆਪ ਉੱਠ ਕੇ ਲਾਉਣੇ ਪੈਣੇ ਆ। ਜਿਹੜਾ ਆਪਾਂ ਹਜ਼ਾਰਾਂ ਸਾਲਾਂ ਤੋਂ ਜਾ ਕੇ ਜਿੱਥੇ ਵੀ ਜਾਓ, ਬਾਬਾ ਸਾਹਿਬ ਨੇ ਇਹ ਨਹੀਂ ਕਿਹਾ ਵੀ ਜਿੱਥੇ ਵੀ ਜਾਓ ਤੁਸੀਂ ਜਾਤ ਪਾਤ ਇਹਨੂੰ ਕੈਰੀ ਕਰੋ। ਸਾਡੇ ਬੰਦੇ ਇੱਕ ਦੋ ਰੈਫਰੈਂਸ ਦਿੰਦੇ ਆ। ਜਦੋਂ ਜੀ ਮਲੇਸ਼ੀਆ ਕਾਨਫਰੰਸ ਹੋਈ ਸੀ ਇੱਕ ਵਾਰੀ, ਬਹੁਜਨ ਕਾਨਫਰੰਸ, ਉੱਥੇ ਸਾਹਿਬ ਕਾਂਸ਼ੀ ਰਾਮ ਨੇ ਵੀ ਕਿਹਾ ਸੀ ਜੀ ਜਿਹੜਾ ਭਾਰਤ ਦਾ ਬੰਦਾ ਜਿੱਥੇ ਵੀ ਜਾਊਗਾ ਉਹ ਜਾਤ ਆਪਣੀ ਪੂਛ ਲਾ ਕੇ ਨਾਲ ਲੈ ਕੇ ਜਾਊਗਾ। ਇਹ ਮੰਨਦੇ ਗੱਲ ਲਿਆਉਣੇ, ਪਰ ਕਿਸੇ ਇੱਕ ਧਿਰ ਨੂੰ ਇਹਦੀ ਸ਼ੁਰੂਆਤ ਕਰਨੀ ਪੈਣੀ ਆ, ਕਿਸੇ ਇੱਕ ਧਿਰ ਨੂੰ। ਜਿੱਦਾਂ ਇੱਥੇ ਸਾਡੇ ਬੰਦੇ ਵੀ ਬਹਿਸ ਦੇ ਕਹਿੰਦੇ ਅਸੀਂ ਥੋੜ੍ਹੀ ਯਾਰ ਜਾਤ ਪਾਤ ਲਿਆਏ, ਘੱਟ ਅਸੀਂ ਵੀ ਨਹੀਂ ਕਰ ਰਹੇ ਜਿੰਨੀ ਅਸੀਂ ਲਿਆ ਰਹੇ ਹਾਂ। ਮੈਂ ਕਹਿੰਦਾ ਜਾਤ ਪਾਤ ਉਨਾ ਹੋਰ ਕੋਈ ਵੀ ਨਹੀਂ ਲਿਆ ਰਿਹਾ। ਸਾਨੂੰ ਇਹ 'ਚੋਂ ਨਿਕਲਣਾ ਪੈਣਾ, ਸਾਨੂੰ ਉੱਠਣਾ ਪੈਣਾ। ਜਿਹਨੂੰ ਪ੍ਰੋਬਲਮ ਆ ਉਹਨੂੰ ਹੀ ਦਵਾਈ ਖਾਣੀ ਪੈਣੀ ਆ, ਉਹਨੂੰ ਹੀ ਖੇਚਲ ਕਰਨੀ ਪੈਣੀ ਇਸ ਸਿਸਟਮ ਦੇ ਵਿੱਚੋਂ ਨਿਕਲਣ ਦੀ। ਭਾਈ ਜਿਹੜਾ ਬੰਦਾ ਕਰਦਾ ਆ, ਕਈ ਬੰਦੇ ਕਹਿ ਦਿੰਦੇ ਜੀ ਕਰਨ ਵਾਲਿਆਂ ਨੂੰ, ਨੋ, ਆਪ ਉੱਠੋਗੇ ਤਾਂ ਅਗਲਾ ਆਪੇ ਕਰਨ ਨੂੰ ਹਟ ਜਾਊਗਾ। ਸੋ ਇਹਦੇ 'ਤੇ ਇਸ ਸਿਸਟਮ ਨਾਲ ਵੀ, ਅਮਰੀਕਨ ਸਿਸਟਮ ਨਾਲ ਵੀ ਗਦਾਰੀ ਨਾ ਕਰੀਏ ਆਪਾਂ। ਸਾਨੂੰ ਇਹ ਸਾਰੀਆਂ ਚੀਜ਼ਾਂ ਸੋਚ ਕੇ ਕਿ ਜੋ ਅਸੀਂ ਯਾਰ ਇੰਡੀਆ ਹੰਢਾਇਆ ਉਹ ਇੱਥੇ ਨਾ ਹੰਢਾਉਣਾ ਪਵੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ। ਜਿੱਦਣ ਇੰਡੀਆ ਕਿਤੇ ਕਾਸਟ ਸਿਸਟਮ ਸਾਡੇ ਗਲ ਪਾਇਆ, ਕਿਤੇ ਸਾਡਾ ਸਮਾਜ ਮਰਿਆ ਨਹੀਂ ਸੀ ਸਾਰਾ ਕਿਤੇ, ਉਦੋਂ ਵੀ ਕੁਛ ਇੱਕ ਬਜ਼ੁਰਗ ਸਾਡੇ ਉੱਠੇ ਹੋਣਗੇ, ਖੜੇ ਹੋਣਗੇ ਵੀ ਅਸੀਂ ਨਹੀਂ ਹੈਗੇ ਲੋ ਕਾਸਟ ਜਿਹੜਾ ਸਾਨੂੰ ਤੁਸੀਂ ਕਹਿਣ ਲੱਗੇ ਹੋ। ਉਦੋਂ ਵੀ ਸਾਡਾ ਸਮਾਜ ਜਿਹੜਾ ਸੁੱਤਾ ਹੀ ਰਹਿ ਗਿਆ ਕਿਤੇ ਨਾ ਕਿਤੇ, ਰਾਈਟ। ਲੇਕਿਨ ਉਹਦਾ ਆਪਾਂ ਰਿਜ਼ਲਟ ਕੀ ਹੰਢਾਇਆ ਭਾਰਤ ਦੇ ਵਿੱਚ, ਸਾਡੇ ਸਾਰੇ ਸਮਾਜ ਨੂੰ ਪਤਾ ਸਾਡੇ ਬਜ਼ੁਰਗਾਂ ਦੇ ਨਾਲ ਕੀ ਬੀਤੀਆਂ, ਕਿੱਦਾਂ ਦੇ ਹਾਲ ਕੀਤੇ ਕਾਸਟ ਸਿਸਟਮ ਨੇ। ਸਾਨੂੰ ਇਸ ਸਿਸਟਮ ਦੇ ਵਿੱਚੋਂ ਨਿਕਲਣਾ ਪੈਣਾ ਭਾਈ, ਆਪ ਖੁਦ ਨੂੰ ਨਿਕਲਣਾ ਪੈਣਾ। ਇੱਕ ਜਿਹੜੀ ਆਪਾਂ ਗੱਲ ਬਾਰ-ਬਾਰ ਕਰ ਰਹੇ ਹਾਂ, ਸਾਡੇ ਪਹਿਲੇ ਦਿਨ ਤੋਂ ਹੀ ਇਹੀ ਸਾਡੇ ਸਮਾਜ ਦੇ ਬੰਦਿਆਂ ਨਾਲ ਕਾਫੀ ਇਹ 'ਤੇ ਆਰਗੂਮੈਂਟ ਹੋਇਆ। ਬਹੁਤ ਸਾਰੇ ਲੋਕ ਇੱਥੇ ਲੋਕਾਂ ਨੂੰ ਕਹਿ ਰਹੇ ਨਹੀਂ ਜੀ ਤੁਹਾਨੂੰ ਕਾਸਟ ਲਿਖਾਉਣੀ ਨਹੀਂ ਪੈਣੀ, ਦੱਸਣਾ ਨਹੀਂ ਪੈਣਾ ਕਿਹੜੀ ਕਾਸਟ ਹੈ ਤੁਹਾਡੀ, ਤੁਹਾਨੂੰ ਆਹ ਨਹੀਂ ਕਰਨਾ ਪੈਣਾ, ਆਹ ਨਹੀਂ ਕਰਨਾ ਪੈਣਾ। ਲੇਕਿਨ ਇਹ ਸਰਾਸਰ ਗਲਤ ਆ। ਜਦੋਂ ਵੀ ਤੁਸੀਂ ਕਿਸੇ 'ਤੇ ਲਾ ਸੂਟ ਫਾਈਲ ਕਰਦੇ ਆ, ਕਿਤੇ ਵੀ ਕੋਈ ਕੰਪਲੇਂਟ ਕਰਦੇ ਆ, ਤੁਹਾਨੂੰ ਡੈਕਲੇਰੇਸ਼ਨ ਦੇਣੀਆਂ ਪੈਣੀਆਂ, ਡਿਕਲੇਅਰ ਕਰਨਾ ਪੈਣਾ ਆਪਣੇ ਆਪ ਨੂੰ। ਇਹ ਗੱਲ ਆ ਜਿਹੜੀ ਹਫ਼ਤਾ ਕੁ ਪਹਿਲਾਂ ਜੈਕਾਰਾ ਮੂਵਮੈਂਟ ਦੀ ਵੀ ਜਿਹੜੀ ਮੀਟਿੰਗ ਹੋਈ ਆ, ਇਹ ਤੋਂ ਪਹਿਲਾਂ ਵੀ ਇੱਕ ਜੈਕਾਰਾ ਮੂਵਮੈਂਟ ਜਿਹੜੇ 2-3 ਵਕੀਲ ਉਮਾਰ ਹੁਣੀ ਲਿਆਏ ਸੀ ਸਾਡੀ 2-2.5 ਮਹੀਨੇ ਪਹਿਲਾਂ, ਉਹਨਾਂ ਨਾਲ ਵੀ ਗੱਲ ਇਸ ਵਿਸ਼ੇ 'ਤੇ ਹੋਈ ਸੀ। ਨਹੀਂ ਜੀ ਤੁਹਾਡੀ ਕਾਸਟ ਨਹੀਂ ਕਿਸੇ ਨੇ ਪੁੱਛਣੀ। ਲੇਕਿਨ ਹੋਣ ਵਾਲੀ ਮੀਟਿੰਗ 'ਚ ਉਹਨਾਂ ਦਾ ਦੇਖਿਓ, ਉਹਨੇ ਵੀ ਜ਼ਿਕਰ ਕੀਤਾ ਕਿ ਡਿਕਲੇਅਰ ਤਾਂ ਕਰਨਾ ਹੀ ਪੈਣਾ। ਇੱਕ ਹੋਰ ਬੜੇ ਇੱਥੇ ਤਕੜੇ ਸਿੱਖ ਆਗੂ ਆਪਣੇ ਆਪ ਨੂੰ ਸਮਝਦੇ, ਇੱਕ ਦਿਨ ਉਹਨਾਂ ਨਾਲ ਵੀ ਆਹੀ ਗੱਲ ਹੁੰਦੀ ਸੀ। ਮੈਂ ਕਿਹਾ ਵੀ ਇਹ ਫਿਰ ਕਿੱਦਾਂ ਕੇਸ ਕਿੱਦਾਂ ਹੋਣਾ, ਉਹ ਮਾੜੀ ਮੋਟੀ ਤਾਂ ਡੈਕਲੇਰੇਸ਼ਨ ਦੇਣੀ, ਬਸ ਆਹੀ ਇਹਦੇ ਵਿੱਚ ਪੁਆਇੰਟ ਆ ਮੇਨ। ਜਿੱਦਣ ਯੂਬਾ ਸਿਟੀ ਵੀ ਇੱਥੇ ਸਾਡੀ ਮੀਟਿੰਗ ਲਾਸਟ ਸੈਚਰਡੇ ਹੋਈ ਆ, ਉਹਦੇ ਵਿੱਚ ਵੀ ਬੜੇ ਜਿਹੜੇ ਸਾਡੇ ਸਿਆਣੇ ਸਾਥੀ ਆ ਉਹਨੇ ਇਹ ਗੱਲ ਕਹੀ ਆ ਕਿ ਲਾ ਸੂਟ ਕਦੀ ਵੀ ਉੱਦਾਂ ਨਹੀਂ ਫਾਈਲ ਹੋਣੇ, ਉਹਦੇ ਵਿੱਚ ਡੈਕਲੇਰੇਸ਼ਨ ਦੇਣੀ ਪੈਣੀ ਤੁਹਾਨੂੰ। ਜਦੋਂ ਅਸੀਂ ਉਹਦੇ ਵਿੱਚ ਮੰਨ ਗਏ, ਅਸੀਂ ਤਾਂ ਹੁਣੇ ਹੀ ਮੰਨ ਗਏ ਵੀ ਸਾਡੀ ਲੋ ਕਾਸਟ ਹੈ, ਜਦੋਂ ਅਸੀਂ ਉਹਦੇ ਵਿੱਚ ਮੰਨ ਗਏ, 1-2 ਡੈਕਲੇਰੇਸ਼ਨ ਇੱਥੇ ਆ ਗਈਆਂ, ਕੱਲ੍ਹ ਨੂੰ ਕੋਈ ਕੋਰਟਾਂ ਦੇ ਕੇਸ ਇੱਦਾਂ ਦੇ ਆ ਗਏ, ਇਹਦੇ ਵਿੱਚ ਭਾਈ ਅਮੈਂਡਮੈਂਟ ਆ ਕੇ ਹੌਲੀ ਜਿੱਦਾਂ ਇੰਡੀਆ 'ਚ ਤੁਹਾਡੇ ਇੱਕ ਦਿਨ 'ਚ ਨਹੀਂ ਸਿਸਟਮ ਗਲ ਪਿਆ, ਇਹਨੂੰ ਹਜ਼ਾਰਾਂ ਹੀ ਸਾਲ ਲੱਗੇ ਆ, ਇੱਦਾਂ ਹੀ ਇੱਥੇ ਕਾਫੀ ਸਮਾਂ ਲਾ ਕੇ ਹੌਲੀ ਆ ਕੇ ਉਹੀ ਸਿਸਟਮ ਨਾ ਬਣ ਜਾਵੇ, ਕਿਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਸ ਸਿਸਟਮ ਦੇ ਵਿੱਚ ਹੀ ਨਾ ਫਸ ਜਾਣ। ਜਿੱਦਾਂ ਇੱਥੇ ਹੁਣੇ ਹਜੇ ਬਿੱਲ ਤਾਂ ਬਣਿਆ ਵੀ ਨਹੀਂ, ਪਤਾ ਨਹੀਂ ਕੱਲ੍ਹ ਨੂੰ ਕਿੱਦਾਂ ਹੋਣੀ, ਜਾਂ ਕੱਲ੍ਹ ਨੂੰ 15 ਜੁਲਾਈ ਨੂੰ ਇਹਦੀ ਮੀਟਿੰਗ ਹੈਗੀ ਹੈ, ਰਾਈਟ। ਅਤੇ ਇਹਦੇ ਹਜੇ ਤਾਂ ਬਿੱਲ ਤਾਂ ਬਣਿਆ ਵੀ ਨਹੀਂ। ਅਤੇ ਇਹ ਤੋਂ ਬਾਅਦ ਜਿਹੜਾ ਸਿਸਟਮ ਆ ਇੱਥੇ,
ਨਹੀਂ ਸੌਰੀ 5 ਜੁਲਾਈ ਨੂੰ ਇਹਦੀ ਹੀਅਰਿੰਗ ਆ, ਕੱਲ੍ਹ ਨੂੰ। ਅੱਜ 4 ਜੁਲਾਈ ਆ, ਕੱਲ੍ਹ ਨੂੰ 5 ਜੁਲਾਈ ਨੂੰ ਹੀਅਰਿੰਗ। ਸੌਰੀ ਮੈਂ 15 ਕਹਿ ਗਿਆ। ਇਹਦੀ ਪਤਾ ਨਹੀਂ ਬਿੱਲ ਹਜੇ ਪਾਸ ਹੋਣਾ ਕਿ ਨਹੀਂ ਹੈ। ਹੁਣੇ ਹੀ ਸਾਡੇ ਤੇ ਠੱਪੇ ਲੱਗ ਗਿਆ ਕਿ ਦਲਿਤ ਭਰਾਵਾਂ ਨਾਲ ਖੜੇ ਹਾਂ ਅਸੀਂ। ਕੋਈ ਸਾਨੂੰ ਇਹ ਨਹੀਂ ਕਹਿ ਰਿਹਾ ਵੀ ਅਸੀਂ ਆਪਣੇ ਸਿੱਖ ਭਰਾਵਾਂ ਨਾਲ ਖੜੇ ਹਾਂ। ਉਹ ਤਾਂ ਠੱਪੇ ਹੁਣੇ ਹੀ ਲੱਗ ਗਏ ਸਾਡੇ ਤੇ। ਇਹੀ ਕਿਆਸ ਸਿਸਟਮ ਹੈ, ਪੀੜ੍ਹੀ ਦਰ ਪੀੜ੍ਹੀ ਸਾਡਾ ਪਿੱਛਾ ਨਹੀਂ ਛੱਡ ਰਿਹਾ ਕਿ ਜਿਸ ਜਾਤ ਦੇ ਵਿੱਚ ਤੁਸੀਂ ਜੰਮੇ ਉਸੇ ਜਾਤ ਦੇ ਵਿੱਚ ਤੁਸੀਂ ਰਹਿਣਾ। ਸੋ ਇਹਦੇ ਵਿੱਚੋਂ ਨਿਕਲ ਲਈ ਇਹਨੂੰ ਛੱਡਣਾ ਪੈਣਾ ਵੀ ਅਸੀਂ ਹੈ ਹੀ ਨਹੀਂ ਯਾਰ, ਸਾਡੀ ਲੋਅ ਕਾਸਟ ਹੈ ਨਹੀਂ। ਸਾਨੂੰ ਕਿੱਦਾਂ ਕਹਿੰਦੇ ਤੁਸੀਂ ਹੈ ਨਾ, ਸਾਨੂੰ ਨਹੀਂ ਤੁਹਾਡੀ ਹੈਲਪ ਚਾਹੀਦੀ ਭਾਈ ਇੱਦਾਂ ਦੀ ਹੈ ਨਾ। ਸੋ ਬਾਬਾ ਸਾਹਿਬ ਨੇ ਇੱਕ ਥਾਂ ਗੱਲ ਇਹ ਕਹੀ ਆ ਕਿ ਜੇ ਕਿਸੇ ਦੇਸ਼ ਨੂੰ ਤਬਾਹ ਕਰਨਾ, ਜੇ ਕਿਸੇ ਚੰਗੇ ਸਮਾਜ ਨੂੰ ਤੁਸੀਂ ਤਬਾਹ ਕਰਨਾ ਤਾਂ ਉਹਦੇ ਵਿੱਚ ਕਾਸਟਿਜ਼ਮ ਦਾ ਬੀਜ ਦਿਓ, ਉਹ ਆਪੇ ਹੀ ਤਬਾਹ ਹੋ ਜਾਊਗਾ ਹੌਲੀ ਹੌਲੀ। ਸੋ ਅੱਛਾ, ਜਿਹੜੀ ਉਹ ਡੈਕਲੇਰੇਸ਼ਨ ਵਾਲੀ ਗੱਲ ਆ, ਉਹ ਹੌਲੀ ਕਰਕੇ ਸਾਡੇ ਗਲ ਪੈ ਜਾਣਾ ਸਿਸਟਮ ਇਹ। ਇਸ ਕਰਕੇ ਇਹਦੇ ਤੇ ਗੌਰ ਕਰੀਏ। ਅਸੀਂ ਇਹ ਤੇ SB 403 ਨੂੰ ਰਿਜੈਕਟ ਕਰਨ ਦੀ ਅਪੀਲ ਕਰੀਏ ਸਾਰੇ, ਔਰ ਅਸੀਂ ਜਿੰਨੇ ਵੀ ਅਸੈਂਬਲੀਮੈਨ ਆ ਉਹਨਾਂ ਨੂੰ ਕਾਲਾਂ ਕਰੀਏ, ਇਹਦੇ ਤੇ ਨੋ ਕਰੀਏ। ਇਹ ਬਿੱਲ ਸਾਡੇ ਲਈ ਬਿਲਕੁਲ ਵੀ ਸਹੀ ਨਹੀਂ ਹੈ। ਮਸੀਂ ਜ਼ੋਰ ਲਾ ਕੇ ਤੀਜੀ ਚੌਥੀ ਪੀੜ੍ਹੀ 'ਚ ਜਾ ਕੇ ਮਸੀਂ ਉੱਠੇ, ਕਾਮਯਾਬ ਹੋਏ ਆ। ਅੱਜ ਜਿਹੜੇ ਲੋਕ ਤੁਹਾਨੂੰ ਦਿਖਾਵਾ ਕਰਦੇ ਤੁਹਾਡੇ ਨਾਲ ਆ, ਜਿੱਦਣ ਇੰਡੀਆ ਜ਼ੁਲਮ ਹੁੰਦਾ ਸਾਡੇ ਤੇ ਨਾ, ਜਿੱਦਣ ਇੰਡੀਆ ਗੁਰੂ ਘਰਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਡੇ ਸਮਾਜ ਦੇ ਖਿਲਾਫ ਮਤੇ ਪੈਂਦੇ ਆ, ਉਦੋਂ ਕੋਈ ਨਹੀਂ ਬੋਲਦਾ ਭਾਈ ਇੱਥੇ। ਉਦੋਂ ਕੋਈ ਜਕਾਰਾ ਵਾਲਾ ਨਹੀਂ ਬੋਲਦਾ, ਉਦੋਂ ਹੋਰ ਕੋਈ ਗੁਰੂ ਘਰ ਨਹੀਂ ਇੱਥੇ ਬੋਲਦਾ ਵੀ ਭਾਈ ਇਹ ਜਿਹੜੇ ਮਤੇ ਆ ਇਹ ਨਾ ਪਾਓ। ਗੁਰੂ ਸਾਹਿਬ ਨੇ ਸਾਨੂੰ ਮਸੀਂ, ਅੱਜ ਜੇ ਗੁਰੂ ਸਾਹਿਬ ਦੀ ਬਦੌਲਤ ਅਸੀਂ ਪੰਜਾਬ ਦੇ ਲੋਕ ਮਸੀਂ ਉੱਠੇ ਆ। ਸਾਡਾ ਮਸਲਾ ਹੀ ਹੈ ਨਹੀਂ ਇਹ ਭਾਈ, ਹੈ ਨਾ। ਸੋ ਠੀਕ ਆ, ਅਦਰ ਕਾਸਟ ਦਾ ਮਸਲਾ ਹੈਗਾ ਇਹ। ਉੱਥੇ ਜਿਹੜੀ ਆਪਾਂ ਏਰੀਏ ਸਿਲੀਕੋਨ ਵੈਲੀ ਦੀ ਗੱਲ ਕਰਦੇ ਜਾਂ ਕਿਤੇ ਦੀ ਵੀ ਗੱਲ ਆਪਾਂ ਕਰਦੇ ਹਾਂ, ਉਹ ਜਿਹੜੀ ਚੀਜ਼ ਆ ਉਹ ਉਹਨਾਂ ਦਾ ਮਸਲਾ ਆ ਭਾਈ। ਉਹ ਲੋਕ ਹਿੰਦੂਇਜ਼ਮ 'ਚੋਂ ਨਹੀਂ ਨਿਕਲੇ, ਅਸੀਂ ਆਲਰੇਡੀ ਨਿਕਲੇ ਹਾਂ। ਅਸੀਂ ਆਲਰੇਡੀ ਛੱਡ ਚੁੱਕੇ ਹਾਂ ਹਿੰਦੂਇਜ਼ਮ ਦਾ ਪੱਲਾ ਬਹੁਤ ਜ਼ਿਆਦਾ ਦੇਰ ਦਾ। ਅਸੀਂ ਇਹ ਚੀਜ਼ਾਂ ਨੂੰ ਮੰਨਦੇ ਹੀ ਨਹੀਂ। ਸੋ ਇਸ ਸਿਸਟਮ ਦੇ ਵਿੱਚੋਂ ਨਿਕਲਣ ਲਈ ਮੇਰੇ ਭਰਾਵੋ, ਮੇਰੇ ਸਮਾਜ ਦੇ ਲੋਕੋ, ਤੁਹਾਨੂੰ ਅਪੀਲ ਆ, ਸਾਨੂੰ ਆਪ ਖੁਦ ਖੜਨਾ ਪੈਣਾ, ਆਪ ਨਿਕਲਣਾ ਪੈਣਾ। ਕਿਸੇ ਨੇ ਨਹੀਂ ਕੱਢਣਾ। ਗੁਰੂ ਸਾਹਿਬ ਸਾਨੂੰ ਰਸਤਾ ਵੀ ਦੱਸ ਗਏ, ਬਾਬਾ ਸਾਹਿਬ ਵੀ ਰਸਤਾ ਦੱਸ ਗਏ। ਉਹਨਾਂ ਦੇ ਰਸਤਿਆਂ 'ਤੇ ਚੱਲਦੇ ਹੋਏ ਸਾਡੇ ਸਮਾਜ ਨੂੰ ਬੁਲੰਦੀਆਂ ਵੱਲ ਨੂੰ ਜਾਣਾ ਚਾਹੀਦਾ। ਸਾਡੇ ਨਿਆਣੇ ਬਹੁਤ ਟਾਪ ਦੀਆਂ ਪੋਜੀਸ਼ਨਾਂ 'ਤੇ ਜਾ ਰਹੇ ਇੱਥੇ। ਜਿਹੜੇ ਅੱਜ ਬੱਚੇ ਲੋਕ ਸਾਨੂੰ ਕਹਿ ਰਹੇ ਆ ਗੂਗਲ ਦੇ ਵਿੱਚ ਫਰਕ ਹੁੰਦਾ, ਗੂਗਲ ਦੇ ਵਿੱਚ ਅੱਜ ਸਾਡੇ ਬੱਚੇ ਟਾਪ ਦੀਆਂ ਪੋਜੀਸ਼ਨਾਂ 'ਤੇ ਵੀ ਬੈਠੇ ਆ। ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਟਾਪ ਦੀਆਂ ਪੋਜੀਸ਼ਨਾਂ 'ਤੇ ਬੈਠੇ ਆ। ਬਹੁਤ ਜ਼ਿਆਦਾ ਉਹਨਾਂ ਦੇ ਪੈਕੇਜ ਆ, ਜਿਹੜੇ ਸਾਲ ਦੇ ਪੈਸੇ ਉਹਨਾਂ ਨੂੰ ਮਿਲ ਰਹੇ ਆ। ਔਰ ਉਸ ਤੋਂ ਬਾਅਦ ਇੱਕ LA ਦੇ ਵਿੱਚ ਕੁੜੀ ਜੱਜ ਆ ਸਾਡੇ ਸਮਾਜ ਦੀ, ਇੱਕ ਸੈਕਰਾਮੈਂਟੋ ਦੇ ਵਿੱਚ ਜੱਜ ਆ ਮੁੰਡਾ। ਯਾਰ ਮੈਰਿਟ ਬੇਸ ਆ ਇੱਥੇ। ਆਪਣੇ ਬੱਚਿਆਂ ਨੂੰ ਉਸ ਕਾਬਲ ਬਣਾਓ। ਅਸੀਂ ਨਹੀਂ ਚਾਹੁੰਦੇ ਸਾਡੇ ਬੱਚਿਆਂ ਦੇ ਵਿੱਚ ਇਹ ਲੋਅ ਕਾਸਟ ਵਾਲਾ ਜਿਹੜੀ ਮਾਨਸਿਕਤਾ ਪੈਦਾ ਹੋਵੇ, ਤਾਂ ਸਾਡੇ ਬੱਚਿਆਂ ਦੀ ਮਾਨਸਿਕਤਾ ਕਿਸੇ ਨਾ ਕਿਸੇ ਤਰ੍ਹਾਂ ਡਾਊਨ ਹੋਵੇ। ਆਪਣੇ ਬੱਚਿਆਂ ਦੀ ਮਾਨਸਿਕਤਾ ਨੂੰ ਵੀ ਚੱਕਣ ਲਈ ਸਾਨੂੰ ਇਸ ਚੀਜ਼ ਦੇ ਵਿੱਚੋਂ ਆਪ ਨਿਕਲਣਾ ਪੈਣਾ। ਆਓ ਉੱਠ ਕੇ ਖੜੇ ਹੋਈਏ। ਇਹਦੇ ਨਾਲ ਹੀ ਮੈਂ ਰਜ਼ਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।